ਬਾਣੀ ਚੈਨਲ ਦੇ ਰਾਹੀਂ ਅਸੀਂ ਫਿਰ ਤੋਂ ਜੁੜ ਚੁੱਕੇ ਹਾਂ ਤੁਹਾਡੇ ਨਾਲ। ਔਰ ਜਿੱਦਾਂ ਸਾਡੇ ਬਾਣੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਤਾ ਹੀ ਹੈ, ਹੁਣ ਸਾਡੇ ਨਾਲ 4 ਵਜੇ ਦਾ ਅਸੀਂ ਸਮਾਂ ਰੱਖਿਆ ਸੀ ਕਿ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜਨਗੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ। ਮੈਂ ਇੱਕ ਬਾਣੀ ਚੈਨਲ ਦੇ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਔਰ ਮੈਂ ਤੁਹਾਨੂੰ ਦੱਸ ਦਵਾਂ ਕਿ ਸਾਰੇ ਹੀ ਜਾਣਦੇ ਨੇ, ਐਸਾ ਮੈਨੂੰ ਲੱਗਦਾ ਸੰਸਾਰ ਦਾ ਕੋਈ ਕੋਨਾ ਨਹੀਂ ਹੋਵੇਗਾ ਜਿੱਥੇ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੇ ਪ੍ਰਤੀ ਕੋਈ ਵੀ ਜਾਣੂ ਨਾ ਹੋਵੇ। ਹਰ ਇੱਕ ਜਿਹੜਾ ਇਹ ਕੋਵਿਡ ਦੇ ਦੌਰਾਨ, ਅਗਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਹੁਣ ਦੀ ਗੱਲ ਕੀਤੀ ਜਾਵੇ, ਜਿਹੜਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਸੇਵਾਵਾਂ ਨੇ, ਜਿਹੜੇ ਉੱਥੋਂ ਦੇ ਪ੍ਰਧਾਨ ਨੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ, ਉਹਨਾਂ ਦੀ ਅਗਵਾਈ ਦੇ ਹੇਠ ਜਿਹੜੀਆਂ ਸੇਵਾਵਾਂ ਦਿੱਤੀਆਂ ਗਈਆਂ ਨੇ, ਵਾਹਿਗੁਰੂ ਜੀ ਨੇ ਜਿਹੜੀਆਂ ਇਹਨਾਂ ਕੋਲੋਂ ਸੇਵਾਵਾਂ ਲਈਆਂ ਨੇ, ਪਰਮਾਤਮਾ ਨੇ, ਉਹ ਸਾਰੇ ਵਰਲਡ ਵਾਈਡ ਅੱਜ ਸਾਰਿਆਂ ਤੱਕ ਪਹੁੰਚ ਚੁੱਕੀਆਂ ਨੇ। ਤੇ ਆਪਾਂ ਇਸੇ ਤੇ ਗੱਲ ਕਰਾਂਗੇ। ਔਰ ਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ, ਔਰ ਮੈਂ ਤੁਹਾਨੂੰ ਚੰਗੀ ਸਿਹਤ ਦੇ ਲਈ ਤੁਹਾਨੂੰ ਵਧਾਈ ਦਿੰਦੀ ਹਾਂ, ਕਿਉਂਕਿ ਤੁਸੀਂ ਕੋਵਿਡ ਦੇ ਦੌਰਾਨ ਸੇਵਾਵਾਂ ਦਿੰਦੇ ਦਿੰਦੇ ਖੁਦ ਵੀ ਪੋਜ਼ਿਟਿਵ ਹੋ ਗਏ ਸੀ ਔਰ ਕਾਫੀ ਦਿਨ ਜਿਹੜੇ ਤੁਸੀਂ ਕੁਆਰੰਟਾਈਨ ਵੀ ਆਪਣੇ ਆਪ ਨੂੰ ਹੋਮ ਆਈਸੋਲੇਟ ਵੀ ਕੀਤਾ ਹੋਇਆ ਸੀਗਾ। ਹੁਣ ਤੁਸੀਂ ਚੰਗੀ ਸਿਹਤ ਦੇ ਨਾਲ ਫੇਰ ਤੋਂ ਆਪਣੀਆਂ ਸੇਵਾਵਾਂ ਦੇਣ ਦੇ ਲਈ ਆ ਚੁੱਕੇ। ਅਸੀਂ ਤੁਹਾਡੀਆਂ ਸਵੇਰ ਤੋਂ ਪ੍ਰੈਸ ਕਾਨਫਰੰਸ ਵੀ ਦੇਖ ਰਹੇ ਹਾਂ, ਤੁਸੀਂ ਜਿਹੜੀਆਂ ਸੇਵਾਵਾਂ ਹੁਣ ਅੱਗੇ ਕਰਨ ਜਾ ਰਹੇ ਹੋ, ਹਨਾ। ਵਿੱਚ ਮੇਰਾ ਪਹਿਲਾ ਸਵਾਲ ਤੇ ਇਹੀ ਰਹੇਗਾ ਕਿ ਪਿਛਲੇ ਸਾਲ ਜਦੋਂ ਕੋਵਿਡ ਆਇਆ ਸੀ ਤਾਂ ਆਪਾਂ ਨੂੰ ਇਹ ਲੱਗਿਆ ਕਿ ਅਚਾਨਕ ਹੀ ਆ ਗਿਆ, ਪਤਾ ਨਹੀਂ ਲੱਗਿਆ ਕਿ ਇਹ ਬਿਮਾਰੀ ਕੀ ਹੈ, ਹਨਾ, ਇਹਦਾ ਪਤਾ ਨਹੀਂ ਲੱਗਿਆ। ਦੂਸਰੀ ਵਾਰੀ ਜਦੋਂ ਇਹ ਦੂਸਰੀ ਲਹਿਰ ਆਈ ਹੈ, ਉਹਦੇ ਬਾਰੇ ਤਾਂ ਜਿੱਦਾਂ ਅਗਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ, ਸਰਕਾਰਾਂ ਦੀ ਗੱਲ ਕੀਤੀ ਜਾਵੇ, ਸਰਕਾਰਾਂ ਨੂੰ ਤਿਆਰ ਰਹਿਣਾ ਚਾਹੀਦਾ ਸੀ। ਲੇਕਿਨ ਅਗਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਜਦੋਂ ਅਸੀਂ ਦੇਖਿਆ ਨਾ, ਅੱਜ ਤੋਂ 3-4 ਮਹੀਨੇ ਪਹਿਲਾਂ, ਕਿ ਸਾਨੂੰ ਲੱਗਿਆ ਕਿ ਇੰਨਾ ਕੋਵਿਡ ਜਿਸ ਹਿਸਾਬ ਦੇ ਨਾਲ, ਚਲੋ ਚੇਨ ਟੁੱਟ ਗਈ ਹੈ, ਲੇਕਿਨ ਜਿਸ ਹਿਸਾਬ ਦੇ ਨਾਲ ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੀਆਂ ਤਿਆਰੀਆਂ ਦੇਖੀਆਂ ਸੀ ਨਾ, ਲੰਗਰ ਤੋਂ ਲੈ ਕੇ ਆਕਸੀਜਨ ਕੰਸੈਂਟਰੇਟਰਸ ਦੇ ਤੱਕ, ਤਾਂ ਦੇਖਣ ਵਾਲਿਆਂ ਨੂੰ ਇਹ ਲੱਗ ਰਿਹਾ ਸੀ ਕਿ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ, ਇਹਨਾਂ ਨੂੰ ਇੰਨੀ ਇੰਟੀਮੇਸ਼ਨ ਕਿੱਥੋਂ ਹੋ ਗਈ ਕਿ ਇਹ ਚੀਜ਼ ਆਉਣ ਵਾਲੀ ਆ, ਜਾਂ ਲਾਈਟਲੀ ਜਿੱਦਾਂ ਸਾਰਿਆਂ ਨੇ ਲਈ ਆਪਾਂ ਲੈ ਵੀ ਸਕਦੇ ਸੀ, ਲੇਕਿਨ ਕਿੱਦਾਂ ਵਾਹਿਗੁਰੂ ਜੀ ਨੇ ਕਿੱਦਾਂ ਤੁਹਾਨੂੰ ਇੰਟੀਮੇਟ ਕੀਤਾ ਕਿ ਜਿਹੜਾ ਆਉਣ ਵਾਲਾ ਸਮਾਂ ਉਹ ਕਾਫੀ ਜ਼ਿਆਦਾ ਕ੍ਰਾਈਸਿਸ ਆ ਸਕਦੇ। ਜਦੋਂ ਹਾਲਾਤ ਵਿਗੜਨੇ ਸ਼ੁਰੂ ਹੋਏ ਤੇ ਉਸੇ ਵੇਲੇ ਅਸੀਂ ਤੁਰੰਤ ਫੈਸਲਾ ਲਿਆ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਲੱਖੀ ਸ਼ਾਹ ਬੰਜਾਰਾ ਹਾਲ ਦੇ ਅੰਦਰ 200-250 ਬੈੱਡ ਦਾ ਕੋਵਿਡ ਕੇਅਰ ਹਸਪੀਟਲ ਬਣਾਈਏ। ਉਹ ਕਰਦੇ ਕਰਦੇ 400 ਬੈੱਡ ਦਾ ਬਾਅਦ ਚ ਬਣਾਇਆ, ਔਰ ਦੇਸ਼ ਔਰ ਵਿਦੇਸ਼ ਦੁਨੀਆ ਭਰ ਦੀਆਂ ਸੰਗਤਾਂ ਨੇ ਬਹੁਤ ਵੱਡੀ ਸਪੋਰਟ ਕੀਤੀ। 24 ਘੰਟਿਆਂ ਦੇ ਅੰਦਰ ਅੰਦਰ ਹੀ ਲੋਕਾਂ ਨੇ ਜੋ ਅਸੀਂ ਮੰਗ ਰੱਖੀ ਸੀ ਸਾਨੂੰ ਸਮਾਨ ਭੇਜਣਾ ਸ਼ੁਰੂ ਕੀਤਾ। ਇਹ ਇੰਡੀਆ ਦੇ ਰਿਕਾਰਡ ਦੇ ਅੰਦਰ ਪਹਿਲੀ ਵਾਰ ਹੋਊਗਾ ਕਿ ਜੀ, ਇਹ ਵੀ ਆਪਣੇ ਆਪ ਅੰਦਰ ਇੱਕ ਪਹਿਲੀ ਵਾਰ ਰਿਕਾਰਡ ਹੋਊਗਾ। ਸੋ ਗੁਰੂ ਸਾਹਿਬ ਦੀ ਕਿਰਪਾ ਤਰ ਸਦਕੇ, ਔਰ ਖਾਸ ਗੱਲ ਇਹ ਰਹੀ ਕਿ ਸਾਰੀ ਤਿਆਰੀ ਦੇ ਦੌਰਾਨ ਜਿੱਥੇ 12 ਦਿਨਾਂ ਚ ਇਹਨੂੰ ਤਿਆਰ ਕੀਤਾ, ਔਰ ਬਣਨ ਤੋਂ ਲੈ ਕੇ ਉਦੋਂ ਤੋਂ ਲੈ ਕੇ ਅੱਜ ਤੱਕ ਕੋਈ ਵੀ ਇੱਕ ਵੀ ਐਸਾ ਮਰੀਜ਼ ਇੱਥੇ ਨਹੀਂ ਜੋ ਤੰਦਰੁਸਤ ਹੋ ਕੇ ਠੀਕ ਹੋ ਕੇ ਗੁਰੂ ਸਾਹਿਬ ਦੀ ਕਿਰਪਾ ਸਦਕੇ ਨਾ ਗਿਆ ਹੋਵੇ। 100% ਦੀ ਇੱਥੇ ਜਿਹੜਾ ਰਿਕਵਰੀ ਰੇਟ ਆ, ਇੱਕ ਵੀ ਕੋਈ ਕੈਜੁਅਲਟੀ ਨਹੀਂ ਹੈਗੀ। ਇਹ ਵੀ ਗੁਰੂ ਦੀ ਕਿਰਪਾ ਇਸ ਸਥਾਨ ਦੇ ਉੱਤੇ। ਜੀ ਵੀਰ ਜੀ, ਜੇਕਰ ਗੱਲ ਕੀਤੀ ਜਾਵੇ, ਇੱਥੇ ਇੱਕ ਗੱਲ ਆਪਾਂ ਉਹ ਕਰਦੇ ਆ ਜਿਹੜੀ ਆਪਾਂ ਪਿਛਲੇ ਦਿਨੀ ਦੇਖੀ, ਕਿਸਾਨੀ ਸੰਘਰਸ਼ ਦੇ ਵਿੱਚ ਵੀ ਤੁਸੀਂ ਬਹੁਤ ਸਾਰੀ ਆਪਦੀਆਂ ਸੇਵਾਵਾਂ ਹਨਾ ਪਹਿਲੇ ਦਿਨ ਤੋਂ ਹੀ ਦਿੱਤੀਆਂ। ਤਾਂ ਹੁਣ ਦੇਖੋ ਆਕਸੀਜਨ ਕੰਸੈਂਟਰੇਟਰਸ ਆ ਜਿਹੜੇ, ਉਹ ਵੀ ਸਿੱਖਾਂ ਦੇ ਰਾਹੀਂ ਮੁਹੱਈਆ ਕਰਵਾਏ ਜਾ ਰਹੇ ਨੇ, ਹਸਪੀਟਲ ਤੁਸੀਂ ਬਣਵਾਏ ਨੇ। ਐਂਡ ਜਦੋਂ ਇੱਕ ਸਮਾਂ ਸੀਗਾ ਜਦੋਂ ਕਿਸਾਨ ਨੇ ਇੱਕ ਪੀਜ਼ਾ ਖਾਧਾ ਸੀ ਨਾ ਸਾਡੇ, ਉਦੋਂ ਉਹਦਾ ਪੀਜ਼ਾ ਤੱਕ ਵੀ ਗਿਣ ਲਿਆ ਗਿਆ ਸੀਗਾ ਕਿ ਇਹਦੇ ਕੋਲ ਪੀਜ਼ਾ ਕਿੱਥੋਂ ਆਇਆ, ਜਦਕਿ ਉਹ ਪੀਜ਼ਾ ਤੇ ਸਾਰੀ ਉਹਦੇ ਰਾਹੀਂ ਬੀਜਿਆ ਜਾਂਦਾ, ਉਹੀਓ ਬੀਜਦਾ, ਉਹ ਕਿਉਂ ਨਹੀਂ ਖਾ ਸਕਦਾ। ਤੇ ਹੁਣ ਜਦੋਂ ਆਕਸੀਜਨ ਕੰਸੈਂਟਰੇਟਰਸ, ਆਕਸੀਜਨ ਸਿਲੰਡਰ, ਦਵਾਈਆਂ, ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ, ਤੇ ਹੁਣ ਕੋਈ ਨਹੀਂ ਪੁੱਛਦਾ ਕਿ ਇਹ ਫੰਡਿੰਗ ਕਿੱਥੋਂ ਆਈ ਆ, ਇਹ ਸਾਰਾ ਕੁਝ ਕਿੱਥੋਂ ਆਇਆ। ਹੁਣ ਤਾਂ ਸਾਰਿਆਂ ਨੂੰ ਜ਼ਰੂਰਤ ਹੈ ਨਾ। ਬਿਲਕੁਲ ਜੀ, ਜਦੋਂ ਲੋਕਾਂ ਨੂੰ ਲੱਗਾ ਕਿ ਹੁਣ ਸਾਹ ਨਹੀਂ ਮਿਲਦੇ ਪਏ ਤੇ ਫਿਰ ਉਹਨਾਂ ਨੂੰ ਸਾਰੀਆਂ ਚੀਜ਼ਾਂ ਜ਼ਰੂਰੀ ਲੱਗੀਆਂ। ਲੇਕਿਨ ਮੈਂ ਸਮਝਦਾ ਕਿ ਅਸੀਂ ਗੁਰੂ ਦੇ ਸੱਚੇ ਸਿੱਖ ਹਾਂ, ਅਸੀਂ ਮਾਨਵਤਾ ਦੀ ਸੇਵਾ 'ਚ ਬਿਨਾਂ ਭੇਦਭਾਵ ਦੇ ਸੇਵਾ ਕਰਦੇ ਹਾਂ। ਕੋਈ ਵੀ ਸਾਡੇ ਵਾਸਤੇ ਬੇਗਾਨਾ ਨਹੀਂ, ਕੋਈ ਵੀ ਸਾਡੇ ਵਾਸਤੇ ਪਰਾਇਆ ਨਹੀਂ ਹੋ ਸਕਦਾ, ਕਿਉਂਕਿ ਸਾਡੀ ਸੋਚ ਜਿਹੜੀ ਆ ਉਹ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਸਦਕੇ ਗੁਰੂ ਦੀ ਬਖਸ਼ੀ ਹੋਈ ਆ। ਮੈਂ ਸਮਝਦਾ ਕਿ ਜੋ ਸਰਕਾਰਾਂ ਨੇ ਉਸ ਵੇਲੇ ਕੀਤਾ, ਟੀਵੀ ਚੈਨਲਾਂ ਨੇ ਕੀਤਾ, ਉਹ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਸੀ। ਅੱਜ ਲੋਕਾਂ ਨੂੰ ਇਹ ਗੱਲ ਸਮਝ ਆਉਣ ਲੱਗ ਪਈ ਕਿ ਇਹਨਾਂ ਨੂੰ ਬਦਨਾਮ ਕਰਨ ਦੀ ਬਹੁਤ ਪ੍ਰਯਤਨ ਕੋਸ਼ਿਸ਼ਾਂ ਕੀਤੀਆਂ ਗਈਆਂ, ਪ੍ਰਚੰਡ ਕੋਸ਼ਿਸ਼ਾਂ ਕੀਤੀਆਂ ਗਈਆਂ, ਲੇਕਿਨ ਉਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਸੀ ਉਹ ਢੇਰੀ ਹੋ ਗਈਆਂ ਨੇ। ਗੁਰੂ ਦੀ ਕਿਰਪਾ ਰਹੀ, ਔਰ ਅੱਜ ਦੁਨੀਆ ਨੂੰ ਸਮਝ ਆ ਗਿਆ ਇਸ 2020 ਔਰ 2021 'ਚ ਲੋਕਾਂ ਨੂੰ ਇੱਕ ਨਵਾਂ ਨਾਮ ਪਤਾ ਲੱਗਾ ਕੋਵਿਡ ਦਾ। ਜਿੱਥੇ ਦੁਨੀਆ ਨੂੰ ਕੋਵਿਡ ਦਾ ਪਤਾ ਲੱਗਾ, ਉੱਥੇ ਲੋਕਾਂ ਨੂੰ ਸਿੱਖਾਂ ਦਾ ਵੀ ਪਤਾ ਲੱਗਾ। 100 ਸਾਲ ਦੇ ਇਤਿਹਾਸ ਅੰਦਰ ਪੜ੍ਹਾ ਕੇ ਅਸੀਂ ਬੱਚਿਆਂ ਨੂੰ, ਦੁਨੀਆ ਨੂੰ ਦੱਸ ਕੇ ਆਪਣਾ ਇਤਿਹਾਸ ਨਹੀਂ ਦੱਸ ਸਕੇ ਸੀ, ਜੋ ਕਿ ਪਿਛਲੇ
1 ਸਾਲ ਦੇ ਅੰਦਰ ਅਸੀਂ ਦੁਨੀਆ ਨੂੰ ਦੱਸਣ 'ਚ ਕਾਮਯਾਬ ਹੋਏ ਹਾਂ। ਮਾਨਵਤਾ ਦੀ ਸੇਵਾ ਕਰਨ ਵਾਲੇ ਫਰਿਸ਼ਤੇ ਕੌਣ ਨੇ, ਅੱਜ ਲੋਕਾਂ ਨੂੰ ਪਤਾ ਲੱਗਾ ਇਹ ਸਿੱਖ ਨੇ, ਇਹਨਾਂ ਦੇ ਸਿਰਾਂ ਤੇ ਦਸਤਾਰਾਂ ਨੇ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਖਸ਼ਿਸ਼ ਵਾਲੇ ਲੋਕ ਨੇ, ਇਹ ਉਹ ਨੇ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸੋਚ ਤੇ ਪਹਿਰਾ ਦਿੰਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਹਾਜ਼ਰ ਹਜ਼ੂਰ ਗੁਰੂ ਮੰਨਦੇ ਨੇ। ਅੱਜ ਦੁਨੀਆ ਨੂੰ ਪਤਾ ਲੱਗਣ ਲੱਗਾ ਕਿ ਇਹ ਸਿੱਖ ਫਰਿਸ਼ਤੇ ਨੇ, ਇਹ ਸਿੱਖ ਪੂਜਣਯੋਗ ਨੇ। ਜੀ ਵੀਰ ਜੀ, ਔਰ ਇਹ ਵੀ ਕਹਿ ਸਕਦੇ ਆ ਕਿ ਟਰਸਟਵਰਦੀ ਵੀ ਨੇ, ਭਰੋਸਾ ਕੀਤਾ ਜਾ ਸਕਦਾ। ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ, ਤੁਹਾਨੂੰ ਵਿਦੇਸ਼ਾਂ ਤੋਂ ਵੀ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਵਾ, ਤਾਂ ਲੱਗਦਾ ਹੈ ਕਿ ਬਾਹਰ ਜਿਹੜੇ ਲੋਕ ਵਸ ਰਹੇ ਨੇ, ਇੰਡੀਆ ਆ ਕੇ ਸਭ ਤੋਂ ਜ਼ਿਆਦਾ ਇੰਡੀਆ ਅਗਰ ਕਿਸੇ ਤੇ ਬੈਠੇ ਭਰੋਸਾ ਕਰ ਸਕਦੇ ਨੇ ਤੇ ਉਹ ਸਿੱਖ ਨੇ। ਬਿਲਕੁਲ, ਦੁਨੀਆ ਦੇ ਲੋਕ ਭਰੋਸਾ ਕਰ ਰਹੇ ਨੇ ਔਰ ਭਰੋਸਾ ਇਸ ਕਰਕੇ ਕਰ ਰਹੇ ਨੇ ਕਿਉਂਕਿ ਜਦੋਂ ਮੌਤ ਸਾਹਮਣੇ ਖੜੀ ਸੀਗੀ ਤੇ ਸਾਰੇ ਲੋਕ ਡਰਦੇ ਉਸ ਮੌਤ, ਕਰੋਨਾ ਰੂਪੀ ਮੌਤ ਤੋਂ ਘਰਾਂ 'ਚ ਬੈਠ ਗਏ ਸੀ, ਆਪਣੇ ਪਰਿਵਾਰ ਨੂੰ ਵੀ ਨਹੀਂ ਸੰਭਾਲਿਆ। ਲੋਕ ਬਿਰਧ ਘਰਾਂ 'ਚ ਆਪਣੇ ਪਰਿਵਾਰਾਂ ਨੂੰ ਛੱਡ ਕੇ ਚਲੇ ਗਏ, ਲੇਕਿਨ ਉਹਨਾਂ ਨੂੰ ਸੰਭਾਲਣ ਦਾ ਕੰਮ ਸਿੱਖਾਂ ਨੇ ਕੀਤਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੀਤਾ। ਜਦੋਂ ਲੋਕਾਂ ਨੇ ਆਪਣੇ ਪਰਿਵਾਰਾਂ ਦੇ ਸੰਸਕਾਰ ਤੱਕ ਨਹੀਂ ਕੀਤੇ, ਉਹ ਕੰਮ ਸਿੱਖਾਂ ਨੇ ਅੱਗੇ ਆ ਕੇ ਕੀਤਾ। ਜਦੋਂ ਲੋਕਾਂ ਨੇ ਆਪਣੇ ਰੋਟੀ ਦੇਣ ਨਹੀਂ ਕੋਈ ਗਿਆ, ਉਹ ਕੰਮ ਵੀ ਦਿੱਲੀ ਦੇ ਸਿੱਖਾਂ ਨੇ ਜਾਂ ਦੁਨੀਆ ਭਰ ਦੇ ਸਿੱਖਾਂ ਨੇ ਅੱਗੇ ਆ ਕੇ ਕੀਤਾ। ਇਸ ਕਰਕੇ ਭਰੋਸਾ ਵੀ ਕੇਵਲ ਔਰ ਕੇਵਲ ਕੀਤਾ ਜਾ ਸਕਦਾ ਹੈ ਤੇ ਰੱਬ ਤੋਂ ਬਾਅਦ ਸਿੱਖ ਤੇ ਹੀ ਕੀਤਾ ਜਾ ਸਕਦਾ ਹੈ। ਬਿਲਕੁਲ, ਔਰ ਵੀਰ ਜੀ ਜੇਕਰ ਗੱਲ ਕੀਤੀ ਜਾਵੇ ਹੁਣ, ਕਿਉਂਕਿ ਸਾਨੂੰ ਪਤਾ ਹੈ ਸਵੇਰ ਦੇ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ, ਫਿਰ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਵੀ ਕਰ ਰਹੇ ਹੋ ਹਨਾ, ਇੰਡੀਵਿਜੂਅਲੀ ਵੀ, ਔਰ ਬਹੁਤ ਤੁਸੀਂ ਆਪਣੇ ਬਿਜ਼ੀ ਜਿਹੜੇ ਰੁਝਾਨ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ 10-15 ਮਿੰਟ ਦੇ ਲਈ ਆਪਾਂ ਗੱਲ ਕਰਨ ਲੱਗੇ ਹਾਂ। ਉਹਦੇ ਵਿੱਚ ਜਲਦੀ ਜਲਦੀ ਗੱਲ ਮੁਕਾਉਂਦੇ ਹੋਏ ਮੈਂ ਇੱਕ ਗੱਲ ਇਹ ਵੀ ਪੁੱਛਣਾ ਚਾਹੁੰਦੀ ਹਾਂ, ਤੁਹਾਨੂੰ ਪਤਾ ਕਿ ਹੁਣ 1 ਤੋਂ ਲੈ ਕੇ 6 ਜੂਨ ਤੱਕ ਕਿੱਦਾਂ ਦੇ ਦਿਨ ਚੱਲ ਰਹੇ ਨੇ, ਕਾਫੀ ਜ਼ਿਆਦਾ ਸਾਨੂੰ ਪਤਾ ਕਿ ਉਹ ਦਿਨ ਇਸ ਸਮੇਂ ਚੱਲ ਰਹੇ ਨੇ ਜਿਹੜੇ ਨਾ ਭੁਲਾਉਣ ਵਾਲੇ ਹੋਣ, ਜਦੋਂ ਕਿ 1984 ਦੇ ਵਿੱਚ ਉਹ ਦਿਨ ਜਿਹੜੇ ਨਾ ਕਹਿੰਦੇ ਨੇ ਨਾ ਭੁੱਲਣ ਯੋਗ ਨੇ, ਨਹੀਂ ਭੁੱਲੇ ਜਾ ਸਕਦੇ। ਜਿਨ੍ਹਾਂ ਨੇ ਆਪਣੀ ਪੀੜਾ ਹੰਢਾਈਆਂ ਨੇ, ਉਹ ਅੱਜ ਤੱਕ ਨਿਆਂ ਦੇ ਲਈ ਹਨਾ ਦਰ ਦੇ ਉਹਨਾਂ ਨੂੰ ਨਿਆਂ ਲਈ ਉਹ ਮੰਗ ਕਰ ਰਹੇ ਨੇ। ਵੀਰ ਜੀ, ਕੀ ਗੱਲ ਕੀਤੀ ਜਾਵੇ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਕਿਆ ਇਸ ਦੇ ਬਾਅਦ ਇਹਨਾਂ ਸੇਵਾਵਾਂ ਦੇ ਨਾਲ ਨਾਲ ਇਹਨਾਂ ਜਿਹੜੇ ਪੀੜਤ ਨੇ ਇਹਨਾਂ ਦੇ ਲਈ ਵੀ ਕੋਈ ਮਸੌਦਾ ਤਿਆਰ ਕੀਤਾ ਜਾਵੇਗਾ? ਕੁਝ ਸੇਵਾਵਾਂ ਜਾਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਦੀ ਹੈਲਪ ਵਾਸਤੇ? ਦਿੱਲੀ ਕਮੇਟੀ ਤੇ ਨਿਰੰਤਰ ਹੀ ਇਹਨਾਂ ਨੂੰ ਸੇਵਾਵਾਂ ਦੇ ਰਹੀ ਹੈ, ਨਿਰੰਤਰ ਹੀ 1984 ਦੇ ਪੀੜਿਤ ਪਰਿਵਾਰਾਂ ਨੂੰ ਨਿਰੰਤਰ ਹੀ। ਲੇਕਿਨ ਜਿੱਥੋਂ ਤੱਕ ਗੱਲ ਤੁਸੀਂ ਗੱਲ ਕਹੀ ਕਿ ਇਹ ਤੇ ਐਸੇ ਜ਼ਖਮ ਨੇ ਜਿਹੜੇ ਹਮੇਸ਼ਾ ਹੀ ਹਰੇ ਰਹਿਣਗੇ, ਜਦੋਂ ਸਾਡੇ ਸਭ ਤੋਂ ਪਵਿੱਤਰ ਸਥਾਨ, ਮੈਂ ਕਹੂੰਗਾ ਕਿ ਮਾਨਵਤਾ ਦੇ ਸਭ ਤੋਂ ਪਵਿੱਤਰ ਸਥਾਨ ਦੇ ਉੱਤੇ, ਜਿਸ ਦੇ ਉੱਤੇ ਵਿਸ਼ਵਾਸ ਹਰ ਧਰਮ ਦੇ ਲੋਕਾਂ ਦਾ, ਸ੍ਰੀ ਦਰਬਾਰ ਸਾਹਿਬ ਵਿਖੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ। ਸਿੱਖਾਂ ਦੀ ਜਿਹੜੀ ਇੱਕ ਅਦਭੁਤ ਤਾਕਤ ਆ, ਇੱਕ ਤਾਕਤ ਦਾ ਸੋਮਾ ਹੈ ਸ਼੍ਰੀ ਅਕਾਲ ਤਖਤ ਸਾਹਿਬ, ਉਸ ਨੂੰ ਢੇਰੀ ਕਰ ਦਿੱਤਾ ਗਿਆ। ਐਸੇ ਸਮਾਂ ਲੱਭਿਆ ਗਿਆ ਜਿਸ ਵੇਲੇ ਸਭ ਤੋਂ ਜ਼ਿਆਦਾ ਸਿੱਖ ਹੋਣ, ਸ਼ਹਾਦਤ ਵਾਲੇ ਦਿਨ ਹਮਲਾ ਕੀਤਾ ਗਿਆ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਿੱਖਾਂ ਦੀ ਕੈਜੁਅਲਟੀ ਹੋ ਸਕੇ। ਔਰ ਇਹ ਸਾਰਾ ਕੁਝ ਜੋ ਸਰਕਾਰ ਨੇ ਕੀਤਾ, ਬਹੁਤ ਸੋਚੀ ਸਮਝੀ, ਇੱਕ ਸਾਜ਼ਿਸ਼ ਸੋਚੇ ਸਮਝੇ ਤਰੀਕੇ ਦੇ ਨਾਲ ਕੀਤਾ ਤਾਂ ਕਿ ਇੱਕ ਸਬਕ ਸਿਖਾਇਆ ਜਾਵੇ ਸਾਨੂੰ। ਇਹ ਇਸ ਕਰਕੇ ਕਦੇ ਵੀ ਨਾ ਭੁੱਲਣ ਵਾਲੀ ਗੱਲ ਆ। ਔਰ ਵੱਡੀ ਗੱਲ ਇਹ ਆ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਹੈ, ਉਸ ਵੇਲੇ ਦੇਸ਼ ਦੀ ਬਿਊਰੋਕ੍ਰੇਸੀ ਵਿੱਚ ਚੋਪਾ, ਦੇਸ਼ ਦੇ ਕੋਰਟ ਕਚਹਿਰੀਆਂ ਵਿੱਚ ਚੋਪਾ, ਜੱਜਾਂ ਦੇ ਵੀ ਮੂੰਹ ਨੂੰ ਤਾਲੇ ਲੱਗ ਗਏ। ਕੋਈ ਹਾਦਾ ਨਾਰਾ ਮਾਰਨ ਵਾਲਾ ਨਹੀਂ ਹੈਗਾ ਸਾਡੇ ਵਾਸਤੇ। ਤੇ ਇਹ ਜਿਹੜੀ ਇੱਕ ਸਾਡੀ ਕਮਿਊਨਿਟੀ ਦੀ ਨਸਲਕੁਸ਼ੀ ਦੀ ਇੱਕ ਕੋਸ਼ਿਸ਼ ਸੀਗੀ, ਉਸ ਨੂੰ ਹਮੇਸ਼ਾ ਯਾਦ ਰੱਖਣਾ ਵੀ ਜ਼ਰੂਰੀ ਆ, ਕਿਉਂਕਿ ਕੌਮਾਂ ਜਿਹੜਾ ਆਪਣੇ ਇਤਿਹਾਸ ਭੁੱਲ ਜਾਂਦੀਆਂ ਨੇ ਉਹਨਾਂ ਨੂੰ ਲੋਕ ਭੁੱਲ ਜਾਂਦੇ ਨੇ। ਨਾ ਅਸੀਂ ਕਦੀ ਭੁੱਲੇ ਆ, ਨਾ ਅਸੀਂ ਕਦੀ ਭੁੱਲਾਂਗੇ, ਪਰ ਸਾਨੂੰ ਇੱਕ ਗੱਲ ਦੀ ਜ਼ਰੂਰ ਜ਼ਿੰਦਗੀ ਭਰ ਇਸ ਗੱਲ ਦੀ ਮਲਾਲ ਰਹੂਗਾ ਕਿ ਸਾਨੂੰ ਇਹਦਾ ਇਨਸਾਫ ਵੀ ਨਹੀਂ ਮਿਲਿਆ, ਔਰ ਇਸ ਗੱਲ ਦਾ ਮਲਾਲ ਵੀ ਰਹੂਗਾ ਕਿ ਇੱਕ ਛੋਟੀ ਛੋਟੀ ਘਟਨਾਵਾਂ ਦੇ ਉੱਤੇ ਵੀ ਸੁਪਰੀਮ ਕੋਰਟ ਜਿਹੜਾ ਹੈ ਉਹ ਸੋ ਮੋਟੋ ਜਿਹਨੂੰ ਕਹਿੰਦੇ ਨੇ, ਜਾਂ ਕਹਿ ਲਓ ਕਿ ਆਪਣੇ ਆਪ ਵੱਲੋਂ ਉਹਦਾ ਸੰਗਿਆਨ ਲੈਂਦਾ ਹੈ। ਲੇਕਿਨ ਸਾਡੇ ਕੇਸਿਸ ਅੰਦਰ ਕਦੇ ਵੀ ਉਹਨਾਂ ਨੇ ਵੀ ਇਸ ਕੇਸ 'ਚ ਸੰਗਿਆਨ ਨਹੀਂ ਲਏ। ਇਸ ਗੱਲ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਆ। ਕਿਸੇ ਦੇ ਇੰਨੇ ਪਵਿੱਤਰ ਧਾਰਮਿਕ ਸਥਾਨ ਕਿਸੇ ਦਾ ਵੀ ਹੋਵੇ, ਭਾਵੇਂ ਤੇ ਇਸ ਤਰੀਕੇ ਨਾਲ ਹਮਲਾ ਕਰਕੇ ਢਾਹ ਕਰਨਾ, ਇਹ ਜਿਹੜਾ ਹੈ ਇਹ ਜ਼ਖਮ ਹਮੇਸ਼ਾ। ਜੀ ਵੀਰ ਜੀ, ਜਿੱਦਾਂ ਗੱਲ ਕੀਤੀ ਜਾਵੇ, ਜੇਕਰ ਤੁਸੀਂ ਆਪਾਂ ਦੇਖਿਆ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਸਾਡੇ 2 ਵੀਰ ਸੀਗੇ ਹਨਾ, ਉਹਨਾਂ ਨੂੰ ਵੀ ਜਦੋਂ ਉੱਥੇ ਅਰੈਸਟ ਕਰ ਲਿਆ ਗਿਆ ਸੀਗਾ, ਤੁਸੀਂ ਬਹੁਤ ਜ਼ਿਆਦਾ ਮਦਦ ਵੀ ਕੀਤੀ ਉਹਨਾਂ ਦੀ, ਉਹਨਾਂ ਨੂੰ ਉੱਥੋਂ ਛੁਡਵਾਇਆ, ਇੱਥੋਂ ਤੱਕ ਜੰਮੂ ਕਸ਼ਮੀਰ ਪਹੁੰਚਾਉਣ ਦੇ ਤੱਕ ਵੀ ਤੁਸੀਂ ਕਾਫੀ ਜ਼ਿਆਦਾ ਸਹਾਇਤਾ ਕੀਤੀ। ਇੱਥੇ ਨਾ ਕਮੈਂਟਸ ਰਾਹੀਂ ਲੋਕ ਤੁਹਾਡਾ ਧੰਨਵਾਦ ਵੀ ਕਰ ਰਹੇ ਨੇ ਕਿ ਤੁਸੀਂ ਸਾਡੇ ਜੰਮੂ ਕਸ਼ਮੀਰ ਦੇ ਜਿਹੜੇ 2 ਸਿੱਖ ਵੀਰ ਸੀਗੇ ਉੱਥੇ, ਉਹਨਾਂ ਨੂੰ ਜਦੋਂ ਅਰੈਸਟ ਕੀਤਾ ਗਿਆ, ਤੁਸੀਂ ਹੈਲਪ ਵੀ ਕੀਤੀ ਉਹਨਾਂ ਦੀ। ਔਰ ਤੁਸੀਂ ਇੱਕ ਵਾਰੀ ਜੰਮੂ ਮਤਲਬ ਆਏ ਵੀ ਸੀ, ਮੈਂ ਤੁਹਾਡਾ ਦੇਖਿਆ ਕੌਣ ਬਣੇਗਾ ਗੁਰਸਿੱਖ ਪਿਆਰਾ ਇੱਕ ਪ੍ਰੋਗਰਾਮ ਸੀ, ਉਹਦੇ ਦੌਰਾਨ ਵੀ ਤੁਸੀਂ
ਜੰਮੂ ਕਸ਼ਮੀਰ ਦੇ ਵਿੱਚ ਵੀ ਆਏ ਸੀ। ਔਰ ਅਗਰ ਤੁਹਾਨੂੰ ਮੌਕਾ ਮਿਲੇ, ਅਜਿਹਾ ਕੋਈ ਸਬੱਬ ਬਣਦਾ ਹੈ ਕਿ ਤੁਸੀਂ ਜੰਮੂ ਕਸ਼ਮੀਰ ਦੇ ਅੰਦਰ ਜਿਹੜੀਆਂ ਜੰਮੂ ਕਸ਼ਮੀਰ ਦੀਆਂ ਲੋਕਲ ਕਮੇਟੀਆਂ ਨੇ ਉਹਨਾਂ ਦੇ ਨਾਲ ਮਿਲ ਕੇ ਜੇਕਰ ਕੋਈ ਸੇਵਾਵਾਂ ਤੁਹਾਡੇ ਰਾਹੀਂ ਤੁਸੀਂ ਦੇ ਸਕਦੇ ਹੋਵੋ ਤਾਂ ਕੀ ਰਹੇਗਾ ਤੁਹਾਡਾ ਅੱਗੇ ਜੰਮੂ ਕਸ਼ਮੀਰ ਦੀਆਂ ਸੰਗਤਾਂ ਦੇ ਲਈ? ਨਹੀਂ, ਜ਼ਰੂਰ ਜੀ, ਕੁਝ ਵੀ ਸਾਡੇ ਲਾਇਕ ਸੇਵਾਵਾਂ ਹੁਣ ਵੀ ਜਿਹੜੇ ਸਾਨੂੰ ਪਰਿਵਾਰਾਂ ਦੇ ਉੱਥੋਂ ਫੋਨ ਆਏ, ਸੰਸਥਾਵਾਂ ਦੇ, ਹਸਪੀਟਲਾਂ ਆਪਣੇ ਤੋਂ, ਗੁਰਦੁਆਰਾ ਸਾਹਿਬਾਨਾਂ ਤੋਂ, ਕਿ ਸਾਨੂੰ ਹੈਲਪ ਦੀ ਲੋੜ ਆ, ਕਿਸੇ ਨੂੰ ਆਕਸੀਜਨ ਕੰਸਨਟਰੇਟਰ ਦੀ ਜਾਂ ਆਕਸੀਜਨ ਸਿਲੰਡਰ ਦੀ, ਜੋ ਸਾਨੂੰ ਉਹਨਾਂ ਨੇ ਮੰਗ ਕੀਤੀ ਅਸੀਂ ਉਹਨਾਂ ਤਾਈਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਭਾਵੇਂ ਉਹ ਟਰਾਲ ਦੇ ਸੀ, ਭਾਵੇਂ ਉਹ ਜੰਮੂ ਤੋਂ ਸੀ, ਜਿੱਥੋਂ ਵੀ ਸਾਨੂੰ ਮੈਸੇਜ ਆਉਂਦੇ ਰਹੇ ਨੇ। ਔਰ ਕੋਈ ਵੀ ਵੈਸੇ ਵੀ ਕੋਈ ਹਾਲਾਤ ਉੱਥੋਂ ਦੇ ਵਿਗੜੇ ਜਾਂ ਕੋਈ ਬੇਟੀ ਵੇਖ ਉੱਥੇ ਅਗਵਾ ਹੋਈ ਸੀ ਜਾਂ ਉਹਦੇ ਧਰਮ ਦੇ ਨੂੰ ਬਦਲਣ ਦੀ ਕੋਈ ਗੱਲ, ਜਿਹੜੀ ਵੀ ਕੋਈ ਗੱਲ ਆਈ ਆ, ਅਸੀਂ ਹਮੇਸ਼ਾ ਹੀ ਉਸਨੂੰ ਬਹੁਤ ਸੰਜੀਦਗੀ ਨਾਲ ਲਿਆ ਹੈ। ਔਰ ਹਰ ਇਸ਼ੂ ਨੂੰ ਜਿਹੜੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇਸ਼ ਦੇ ਅੰਦਰ ਬੈਠੇ ਲੋਕਾਂ ਦੀ ਚਿੰਤਾ ਕਰਦੀ ਆ ਕਿ ਕੋਈ ਵੀ ਸਾਡਾ ਸਿੱਖ ਉੱਤੇ ਪੀੜ ਬਣੇ ਤੇ ਸਾਡਾ ਫਰਜ਼ ਬਣਦਾ ਉਹਨਾਂ ਨਾਲ ਖੜੇ ਹੋਣਾ। ਸੋ ਅਸੀਂ ਮਾਨਵਤਾ ਦੀ ਜਿੱਥੇ ਲੜਾਈ ਨੂੰ ਲੜਦੇ ਹਾਂ, ਆਪਣੇ ਪਰਿਵਾਰਾਂ ਦੀ ਲੜਾਈ ਨੂੰ ਵੀ ਜ਼ਰੂਰ ਲੜਦੇ ਹਾਂ, ਤੇ ਜਿੱਥੇ ਸਾਡੀ ਅੱਗੇ ਵੀ ਲੋੜ ਪਊਗੀ ਅਸੀਂ ਡਟ ਕੇ ਉਹਨਾਂ ਦੇ ਖੜੇ ਰਵਾਂਗੇ। ਜੀ ਵੀਰ ਜੀ, ਔਰ ਹੁਣ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿੱਦਾਂ ਅੱਜ ਹੀ ਤੁਹਾਡੀ ਪ੍ਰੈਸ ਕਾਨਫਰੰਸ ਅਸੀਂ ਦੇਖ ਰਹੇ ਸੀ, ਬਾਬਾ ਬਚਨ ਸਿੰਘ ਜੀ ਜਿਹੜੇ ਕਾਰ ਸੇਵਾ ਵਾਲੇ ਨੇ, ਉਹਨਾਂ ਦੀ ਮਤਲਬ ਕਿ ਅੰਡਰ ਆਬਜ਼ਰਵੇਸ਼ਨ ਹਨਾ, ਉਹਨਾਂ ਦੀ ਸੇਵਾਵਾਂ ਦੇ ਰਾਹੀਂ ਤੁਸੀਂ ਜਿਹੜੀਆਂ ਹੁਣ ਅਗਾਂਹ ਜਿਹੜੀ ਥਰਡ ਵੇਵ ਵੀ ਆ ਸਕਦੀ ਹੈ, ਹਾਲਾਤਾਂ ਨੂੰ ਵੇਖਦੇ ਹੋਏ 125 ਬੈੱਡਸ ਜਿਹੜੇ ਨੇ ਉਹ ਲਗਾ ਕੇ 60 ਦਿਨਾਂ ਦੇ ਅੰਦਰ ਤੁਸੀਂ ਕਿਹਾ ਕਿ ਹਸਪੀਟਲ ਤਿਆਰ ਕੀਤਾ ਜਾਵੇਗਾ। ਪਹਿਲਾਂ ਤਾਂ ਤੁਸੀਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜਾ 400 ਬੈੱਡ ਦਾ ਉਹ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ, ਹੁਣ ਉਸ ਤੋਂ ਬਾਅਦ ਹੋਰ ਜ਼ਿਆਦਾ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਉਹਦੇ ਬਾਰੇ ਵੀ ਥੋੜਾ ਜਿਹਾ ਤੁਸੀਂ ਦੱਸੋ ਪਲੀਜ਼। ਦੇਖੋ, ਅੱਜ ਤੀਜੀ ਵੇਵ ਦੇ ਆਉਣ ਦਾ ਖਤਰਾ ਜਿਹੜਾ ਮੰਡਰਾ ਰਿਹਾ ਹੈ, ਉਹ ਕਿਸੇ ਵੇਲੇ ਵੀ ਤੀਜੀ ਵੇਵ ਆ ਸਕਦੀ, ਕਿਉਂਕਿ ਡਾਕਟਰ ਕਹਿ ਰਹੇ ਅਗਸਤ ਔਰ ਸੈਪਟੈਂਬਰ ਆਉਣਾ ਦੇ ਅੰਦਰ ਉਸ ਤੀਜੀ ਵੇਵ ਦਾ ਆਉਣਾ ਤੈਅ ਆ। ਇਹੋ ਜਿਹੇ ਵੇਲੇ ਉਸ ਤੀਜੀ ਵੇਵ ਦੇ ਖਿਲਾਫ ਲੜਾਈ ਲੜੀ ਜਾ ਸਕੇ, 125 ਬੈੱਡ ਦਾ ਹਸਪੀਟਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣਾਉਣ ਜਾ ਰਹੀ ਹੈ, ਜਿਹਦੇ ਅੰਦਰ 35 ਬੈੱਡ ਦਾ ICU ਹੋਊਗਾ, ਬੱਚਿਆਂ ਦਾ ICU, ਵਿਮਨ ਵਿੰਗ ਵੱਖਰਾ, ਜੈਂਟਸ ਵਿੰਗ ਵੱਖਰਾ, ਔਰ ਇਹਦੇ ਅੰਦਰ ਹਰ ਤਰ੍ਹਾਂ ਦੀ ਸੁਵਿਧਾ ਹੈ, ਬੈਸਟ ਤੋਂ ਬੈਸਟ ਮਸ਼ੀਨਾਂ ਲਗਾ ਕੇ, ਇਕਮੋ ਦੀ ਮਸ਼ੀਨ ਵੀ, ਵੈਂਟੀਲੇਟਰ ਵੀ, CT ਸਕੈਨਰ ਵੀ। ਔਰ ਇਹ ਸਾਡਾ ਸੈਕਿੰਡ ਫੇਜ਼ ਦਾ ਹਸਪੀਟਲ ਦਾ ਪ੍ਰੋਜੈਕਟ ਆ। ਫਸਟ ਫੇਜ਼ ਅੰਦਰ ਅਸੀਂ 100 ਬੈੱਡ ਦਾ ਕਿਡਨੀ ਡਾਇਲਿਸਿਸ ਹਸਪੀਟਲ ਬਣਾਇਆ ਸੀ, ਉਹ ਵੀ ਅਸੀਂ 3 ਮਹੀਨਿਆਂ 'ਚ 90 ਦਿਨ 'ਚ ਬਣਾ ਕੇ ਤਿਆਰ ਕੀਤਾ ਸੀ ਜੀ। ਹੁਣ ਅਸੀਂ ਇਸ ਨੂੰ 60 ਦਿਨ 'ਚ ਤਿਆਰ ਕਰਨਾ ਹੈ। ਸੰਤ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਜਿਹੜੇ ਨੇ ਉਹ ਸਾਰਾ ਸਿਵਲ ਦਾ ਕੰਮ ਇਹਦਾ ਕਰ ਰਹੇ ਨੇ, ਔਰ ਬਾਕੀ ਦਾ ਜਿੰਨਾ ਕੰਮ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇਸ਼ ਔਰ ਦੁਨੀਆ ਭਰ ਦੇ ਸਿੱਖਾਂ ਨੂੰ ਨਾਲ ਲੈ ਕੇ, ਭਾਵੇਂ ਉਹ ਏਅਰ ਕੰਡੀਸ਼ਨਿੰਗ ਦਾ ਕੰਮ ਆ, ਭਾਵੇਂ ਇਲੈਕਟ੍ਰਿਕ ਦਾ ਕੰਮ ਆ, ਭਾਵੇਂ ਫਾਇਰ ਦਾ ਕੰਮ ਆ, ਮੈਡੀਕਲ ਕੰਮ, ਜਿੰਨੇ ਵੀ ਬਾਕੀ ਸਾਰੇ ਕੰਮ ਨੇ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਿਭਾ ਰਹੀ ਆ। ਸਾਡੀ ਕੋਸ਼ਿਸ਼ ਨਹੀਂ, ਅਸੀਂ ਆਪਣਾ ਟਾਈਮ ਮਿੱਥਿਆ ਹੈ ਕਿ 60 ਦਿਨਾਂ 'ਚ ਅਸੀਂ ਇਸ ਨੂੰ ਚਾਲੂ ਕਰਾਂਗੇ, ਕਿਉਂਕਿ ਇਹਦਾ ਚਾਲੂ ਕਰਨ ਦਾ ਪਰਪਸ ਇਹ ਆ ਕਿ ਜੇ ਥਰਡ ਵੇਵ ਆ ਗਈ ਔਰ ਉਸ ਦੀ ਪਲੈਨਿੰਗ ਵਾਸਤੇ ਅਸੀਂ ਪਹਿਲਾਂ ਤੋਂ ਨਾ ਤਿਆਰ ਹੋਏ, ਤੇ ਫਿਰ ਇਸ ਨੂੰ ਬਣਾਉਣਾ ਜਿਹੜਾ ਨੋਰਮਲ ਹਸਪੀਟਲ ਹੋਣਾ ਰਹੂਗਾ, ਫਿਰ ਇਹਦਾ ਫਾਇਦਾ ਕੌਮ ਨੂੰ ਨਹੀਂ ਮਿਲੂਗਾ। ਇਸ ਕਰਕੇ ਸਾਡੀ ਚਿੰਤਾ ਹੈ ਕਿ ਤੀਜੀ ਵੇਵ ਆਉਣ ਤੋਂ ਪਹਿਲਾਂ ਅਸੀਂ ਆਪਣੀ ਕੌਮ ਦੇ ਵਾਸਤੇ ਇਸ ਇਨਫਰਾਸਟ੍ਰਕਚਰ ਨੂੰ ਤਿਆਰ ਕਰਕੇ ਤੇ ਖੜਾ ਕਰੀਏ, ਔਰ ਇਹ ਜ਼ਰੂਰ ਗੁਰੂ ਸਾਹਿਬ ਕਿਰਪਾ ਕਰਨਗੇ, ਇਹ ਕੰਮ 60 ਦਿਨ ਦੇ ਅੰਦਰ ਹੀ ਬਣ ਕੇ ਤਿਆਰ ਹੋਊਗਾ। ਵੀਰ ਜੀ, ਅਗਰ ਗੱਲ ਕੀਤੀ ਜਾਵੇ ਕਿ ਇਸ ਦੂਜੀ ਲਹਿਰ ਦੇ ਦੌਰਾਨ ਤੇ ਇਹ ਲੱਗਦਾ ਨਹੀਂ ਹੈ ਕਿ ਇਤਿਹਾਸ ਰਚਿਆ ਗਿਆ ਹੈ ਦਿੱਲੀ ਦੇ ਅੰਦਰ, ਜਿਹੜਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਸੇਵਾਵਾਂ ਦੇ ਰਾਹੀਂ ਇੱਕ ਇਤਿਹਾਸ ਰਚਿਆ ਗਿਆ। ਕਿੱਦਾਂ ਦੀ ਗੱਲ ਇਹ ਆਉਂਦੀ ਹੈ ਕਿ ਜਦੋਂ ਕਹਿੰਦੇ ਨੇ ਸਾਰੇ ਅੰਦਰ ਬੈਠ ਗਏ ਸੀ ਆਪਣੇ ਘਰਾਂ ਦੇ ਵਿੱਚ, ਕਹਿੰਦੇ ਸੀ ਜਿੱਥੇ ਸਿੱਖ ਨੇ ਚਾਵਾਂ ਦੇ ਲੰਗਰ ਲਾਏ ਨੇ ਉੱਥੇ ਦਿੱਲੀ ਦੇ ਅੰਦਰ ਔਰ ਵੱਖ-ਵੱਖ ਰਾਜਾਂ ਦੇ ਅੰਦਰ ਸਿੱਖਾਂ ਨੇ ਸਾਹਾਂ ਦੇ ਲੰਗਰ ਲਾ ਦਿੱਤੇ ਸੀਗੇ, ਤਾਂ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਇਤਿਹਾਸ ਰਚਿਆ ਗਿਆ, ਰਹਿੰਦੀ ਦੁਨੀਆ ਤੱਕ ਗੱਲਾਂ ਤੇ ਟਾਈਮ ਦੀਆਂ ਹੋਣਗੀਆਂ? ਬਿਲਕੁਲ, ਲੋਕ ਨੇ ਆਪਣੇ ਬੱਚਿਆਂ ਨੂੰ ਦੱਸਿਆ ਕਰਨਗੇ, ਰਾਤ ਸੌਣ ਲੱਗਿਆ ਉਹਨਾਂ ਨੂੰ ਸੁਣਾਇਆ ਕਰਨਗੇ, ਜਦੋਂ ਕਹਾਣੀਆਂ ਤੇ ਦੱਸਿਆ ਕਰਨਗੇ ਵੀ ਇਹ ਜਿਹੜੇ ਸਿੱਖ ਨੇ ਕੌਣ ਨੇ, ਸਿਰਾਂ ਤੇ ਦਸਤਾਰਾਂ ਵਾਲੇ ਕੌਣ ਨੇ। ਦੇਖੋ, ਗੁਰੂ ਸਾਹਿਬ ਨੇ ਜਿਹੜੀ ਸਭ ਤੋਂ ਵੱਡੀ ਆਪਾਂ ਨੂੰ ਤਾਕਤ ਦਿੱਤੀ ਆ, ਉਹ ਇਹ ਦਿੱਤੀ ਆ ਕਿ ਆਪਾਂ ਮਾਨਵਤਾ ਦੀ ਸੇਵਾ ਕਰਨੀ ਆ, ਕੋਈ ਆਪਣੇ ਵਾਸਤੇ ਬੇਗਾਨਾ ਨਹੀਂ, ਕਿਉਂ ਵਰਣਨ ਕੋ ਉਪਦੇਸ਼ ਸਾਂਝਾ। ਇਹ ਜੋ ਸਾਡੀ ਸੋਚ ਦਿੱਤੀ ਆ ਗੁਰੂ ਸਾਹਿਬ ਨੇ, ਇਹ ਸੋਚ ਕੇ ਸਾਡਾ ਸਭ ਦਾ ਪਹਿਰਾ ਦੇਣਾ ਫਰਜ਼ ਬਣਦਾ। ਔਰ ਵੱਡੀ ਗੱਲ ਇਹ ਆ ਕਿ ਦੇਖੋ, ਅੱਜ ਸਿੱਖ ਹੀ ਆ ਜਿਹੜਾ ਇਸ ਚੀਜ਼ ਤੇ ਪਹਿਰਾ ਦੇ ਰਿਹਾ। ਕਈ ਵਾਰ ਕਈ ਸਾਡੇ ਵੀਰ ਕੁਝ ਨਾਰਾਜ਼ ਵੀ ਹੋ ਜਾਂਦੇ ਨੇ, ਕਹਿੰਦੇ ਜੀ ਫਲਾਣੇ ਦਾ ਨਹੀਂ ਕੀਤਾ, ਪਹਿਲਾਂ ਆਪਣੇ ਸਿੱਖ ਦਾ ਕਰੋ, ਪਹਿਲਾਂ ਆਪਣੇ ਉਸ ਸਿੱਖ ਦਾ ਕਰੋ। ਦੇਖੋ, ਗੁਰੂ ਦੇ ਵਾਸਤੇ ਜਿਹੜਾ ਇਹ ਮਾਨਵਤਾ ਜਿਹੜੀ ਆ ਉਹ ਸਭ ਬਰਾਬਰ ਨੇ। ਆਪਾਂ ਆਪਣੇ ਪਰਿਵਾਰਾਂ ਦੀ ਵੀ ਚਿੰਤਾ ਕਰਦੇ ਹਾਂ, ਔਰ ਪਰਿਵਾਰਾਂ ਦੇ ਨਾਲ ਨਾਲ ਕੋਈ ਵੀ ਲੋੜਵੰਦ ਆ, ਸੜਕ ਤੇ ਜਾਂਦਾ ਕੋਈ ਮੰਗਤਾ ਹੈ, ਸੜਕ ਤੇ ਜਾਂਦਾ ਕੋਈ ਭਿਖਾਰੀ ਆ, ਸੜਕ ਤੇ ਜਾਂਦਾ ਕੋਈ ਭੁੱਖਾ ਰਾਹਗੀਰ ਆ, ਬਿਨਾਂ ਸਾਹਾਂ ਤੋਂ ਮਰ ਰਿਹਾ ਕੋਈ ਵੀਰ ਆ, ਕਿਸੇ ਨੂੰ ਬਿਨਾਂ ਦਵਾਈ ਤੋਂ ਮਰਦਾ ਪਿਆ ਕੋਈ ਘਰ ਦਾ ਜੀ ਆ, ਤੇ ਜੇਕਰ ਆਪਾਂ ਉਸਦੇ ਹੱਥ ਨਹੀਂ ਉਸ ਵੇਲੇ ਫੜਾਂਗੇ, ਫਿਰ ਆਪਣੇ ਔਰ ਬਾਕੀਆਂ 'ਚ ਫਰਕ ਨਹੀਂ ਰਹਿ ਜਾਊਗਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸੇ ਕਰਕੇ ਇਹ ਸਿੱਖ ਨੂੰ ਤਾਕਤ ਬਖਸ਼ੀ ਕਿ 1.25 ਲੱਖ ਸੇ ਇੱਕ ਲੜਾਊਂ। ਇਹਦਾ ਭਾਵਨਾ ਕੀ ਆ? ਇਹਦੀ ਭਾਵਨਾ ਇਹ ਆ ਕਿ ਭਾਵੇਂ ਅੱਗੇ ਕਿੱਡੀ ਵੀ ਵਿਪਰੀਤ ਸਥਿਤੀਆਂ ਹੋਣਗੀਆਂ,
ਸਿੱਖ ਜਿਹੜਾ ਪਿੱਛੇ ਨਹੀਂ ਹਟੂਗਾ, ਔਰ ਸਿੱਖ ਨੇ ਸਵਾ ਲੱਖ ਦੇ ਨਾਲ ਲੜ ਕੇ ਦਿਖਾਇਆ ਹੈ। ਇਸ ਕਰਕੇ ਅੱਜ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਆਪਾਂ ਮਿਲ ਕੇ ਮਾਨਵਤਾ ਦੀ ਸੇਵਾ ਤੇ ਵੱਡਾ ਪਹਿਰਾ ਦਈਏ। ਔਰ ਇਹੀ ਇੱਕ ਕਾਰਨ ਹੈ ਕਿ ਦੇਸ਼ ਔਰ ਦੁਨੀਆ ਦੇ ਅੰਦਰ ਸਿੱਖਾਂ ਦੀ ਜੈ ਜੈਕਾਰ ਹੋ ਰਹੀ ਆ। ਦੁਨੀਆ ਅੱਜ ਇਹ ਗੱਲ ਕਹਿਣ ਨੂੰ ਮਜਬੂਰ ਹੋ ਗਈ ਆ ਕਿ ਸਰਕਾਰਾਂ ਫੇਲ ਹੋਈਆਂ ਨੇ ਪਰ ਸਰਦਾਰ ਫੇਲ ਨਹੀਂ ਹੋਏ। ਔਰ ਮੈਂ ਪਰਸੋਂ ਦੇਖ ਰਿਹਾ ਸੀ, ਕਿਸੇ ਨੇ ਟਵਿੱਟਰ ਤੇ ਲਿਖਿਆ ਸੀਗਾ ਕਿ ਸਿੱਖ ਹੈ ਤਾਂ ਸੰਭਵ ਹੈ। ਬਿਲਕੁਲ ਠੀਕ ਗੱਲ ਕਿਸੇ ਨੇ ਕਹੀ ਹੈ ਕਿ ਸਿੱਖ ਹੈ ਤੇ ਸੰਭਵ ਹੈ। ਜੀ ਵੀਰ ਜੀ, ਔਰ ਗੱਲ ਕੀਤੀ ਜਾਵੇ ਜਿਹੜੀਆਂ ਚੀਜ਼ਾਂ ਇਸ ਸਮੇਂ ਦੇ ਦੌਰਾਨ ਬਲੈਕ ਵਿੱਚ ਮਿਲਦੀਆਂ ਸੀ, ਰੇਟ 3-3 4-4 ਗੁਣਾ ਉਹਨਾਂ ਦੇ ਜ਼ਿਆਦਾ ਹੋ ਗਏ ਸੀ, ਔਰ ਤੁਹਾਡੇ ਰਾਹੀਂ ਉਹਨਾਂ ਦੇ ਲੰਗਰ ਲਗਾਏ ਜਾ ਰਹੇ ਸੀ। ਵੀ ਇੱਕ ਪਰਮਾਤਮਾ ਵਾਹਿਗੁਰੂ ਤੁਹਾਨੂੰ ਉਦਮ ਬਖਸ਼ ਰਹੇ ਸੀਗੇ। बिल्कुल, एक IAS अफसर ने, लेडी ने लिखी सी यही गल है कि ये कैसे लोग हैं सिख, जो चीज़ की ब्लैक होती है उसका लंगर लगा देते हैं। 4-4 गुणा 5-5 गुणा ते चीज़ां नूं 10-10 गुणा ते खरीद के ਤੇ ਲੋਕੀ ਇਹਦਾ ਮੁੱਲ ਵੱਟ ਰਹੇ ਸੀ ਤੇ ਸਾਡਾ ਧਿਆਨ ਜਾਨਣਾ ਬਚਾਉਣ ਵਾਲ ਸੀ। ਕਿਉਂਕਿ ਫਿਰ ਉਹੀ ਗੱਲ ਆ ਜਾਂਦੀ, ਅਸੀਂ ਨਹੀਂ ਹੈਗੇ ਕੁਝ ਵੀ, ਸਾਡੇ ਅੰਦਰ ਸਿੱਖੀ ਦਾ ਜਜ਼ਬਾ ਹੈ, ਗੁਰੂ ਸਾਹਿਬ ਦੀ ਬਖਸ਼ਿਸ਼ ਆ, ਉਹ ਤਰਸ ਆ ਜੋ ਗੁਰੂ ਨੇ ਸਾਡੇ ਤੇ ਕੀਤਾ ਹੈ, ਔਰ ਉਹ ਰਹਿਮਤ ਆ ਜੋ ਗੁਰੂ ਨੇ ਸਾਡੇ ਤੇ ਕੀਤੀ ਆ। ਔਰ ਉਸ ਰਹਿਮਤ ਔਰ ਬਖਸ਼ਿਸ਼ ਦੇ ਸਦਕੇ ਹੀ ਸਿੱਖ ਜਿਹੜਾ ਹੈ ਉਹ ਇਸ ਤਰ੍ਹਾਂ ਮੈਦਾਨ 'ਚ ਨਿੱਤਰਦਾ। ਔਰ ਸਿੱਖ ਜਦੋਂ ਐਸੀ ਲੜਾਈ ਵਾਸਤੇ ਨਿੱਤਰਦਾ, ਗੁਰੂ ਉਹਦੇ ਸਹਾਈ ਹੁੰਦਾ ਹੈ, ਗੁਰੂ ਉਹਦੇ ਅੰਗ ਸੰਗ ਸਹਾਈ ਹੋ ਕੇ ਉਸ ਨੂੰ ਸੇਵਾ ਲੈਂਦਾ ਹੈ। ਔਰ ਮੈਂ ਤੇ ਦੋਵਾਂ ਕੋਵਿਡ ਦੇ ਅੰਦਰ ਦੋਵਾਂ ਲਹਿਰ ਨੂੰ ਝੇਲਿਆ ਹੈ, ਔਰ ਸਾਹਮਣੇ ਫਰੰਟ ਤੇ ਰਹਿ ਕੇ ਝੇਲਿਆ ਹੈ। ਇੱਕ ਦਿਨ ਵੀ ਆਪਣੇ ਘਰ ਅੰਦਰ ਨਹੀਂ ਬੈਠੇ, ਦੋਵੇਂ ਕੋਵਿਡ ਦੀ ਇਸ ਵੇਵ ਦੇ ਦੌਰਾਨ ਸਾਹਮਣੇ ਆ ਕੇ ਤੇ ਆਪਣੇ ਸਟਾਫ ਦੇ ਨਾਲ ਅੱਗੇ ਖੜੇ ਹੋ ਕੇ ਇਸ ਲੜਾਈ ਨੂੰ ਲੜਿਆ। ਤੇ ਸਾਡੇ ਸਟਾਫ ਤੇ ਵੀ ਗੁਰੂ ਸਾਹਿਬ ਦੀ ਕਿਰਪਾ ਰਹੀ, ਔਰ ਸਾਡੇ ਤੇ ਵੀ ਗੁਰੂ ਸਾਹਿਬ ਦੀ ਕਿਰਪਾ ਰਹੀ, ਸਾਰੇ ਸਿੱਖਾਂ ਤੇ ਗੁਰੂ ਸਾਹਿਬ ਦੀ ਕਿਰਪਾ ਰਹੀ ਹੈ। ਜੀ ਬਿਲਕੁਲ, ਔਰ ਜਿੱਦਾਂ ਅਸੀਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਜਿੱਦਾਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਜਿੱਦਾਂ ਕਹਿੰਦੇ ਨੇ ਨਾ ਕਿ ਸਾਨੂੰ ਪਹਿਲਾਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ, ਆਪਣਿਆਂ ਨੂੰ ਦੇਖਣਾ ਚਾਹੀਦਾ। ਸਿੱਖ ਨਾ ਸਾਰਿਆਂ ਨੂੰ ਦੇਖ ਕੇ ਚੱਲਦਾ, ਇਹੀਓ ਤੇ ਪਹਿਚਾਣ ਸਿੱਖ ਨੂੰ ਦੂਜਿਆਂ ਨਾਲੋਂ ਵੱਖਰਾ ਕਰਦੀ ਹੈ ਕਿ ਸਿੱਖ ਕਦੀ ਭੇਦਭਾਵ ਨਹੀਂ ਕਰੇਗਾ। ਸਿੱਖ ਉਹਨਾਂ ਨੂੰ, ਇਹੀਓ ਤੇ ਸਾਡੀ ਪਹਿਚਾਣ ਹੈ, ਇਹੀਓ ਤੇ ਜਿੱਦਾਂ ਤੁਸੀਂ ਗੱਲ ਕੀਤੀ ਤਾਂ ਸਾਨੂੰ ਸਾਰਿਆਂ ਨਾਲੋਂ ਵੱਖਰਾ ਤੇ ਇਹੀਓ ਚੀਜ਼ ਕਰਦੀ ਹੈ ਨਾ ਕਿ ਸਾਡੇ ਵਿੱਚ ਭਾਵਨਾ ਉਹ ਹੈ, ਸਾਡੇ ਵਿੱਚ ਭਾਵਨਾ ਸਿਰਫ ਮਾਨਵਤਾ ਦੀ ਸੇਵਾ ਕਰਨ ਦੀ ਹੈ। ਔਰ ਵਿੱਚ ਮੈਨੂੰ ਪਤਾ ਤੁਸੀਂ ਫਿਰ ਇਸ ਦੇ ਬਾਅਦ ਜੀ ਨਹੀਂ, ਬਿਲਕੁਲ ਜੀ, ਤੁਸੀਂ ਠੀਕ ਗੱਲ ਕਹੀ। ਔਰ ਜਿਹੜੇ ਲੋਕ ਇਹ ਭਾਵਨਾ ਨੂੰ ਨਹੀਂ ਆਪਣੇ ਅੰਦਰ ਰੱਖਦੇ, ਉਹ ਪਹਿਲਾਂ ਆਪਣਿਆਂ ਦੀ ਗੱਲ ਕਰਦੇ, ਫਿਰ ਆਪਣੇ ਤੋਂ ਆਪਣੇ ਬੱਚਿਆਂ ਤੇ ਆ ਜਾਂਦੇ, ਔਰ ਆਪਣੇ ਬੱਚਿਆਂ ਤੋਂ ਆਪਣੇ ਮਾਂ-ਬਾਪ ਨੂੰ ਵੀ ਛੱਡ ਦਿੰਦੇ ਨੇ। ਉਹ ਲੋਕ ਨੇ ਜਿਹੜੇ ਆਪਣੇ ਮਾਂ-ਬਾਪ ਨੂੰ ਵੀ ਬਾਅਦ 'ਚ ਭੁੱਲ ਜਾਂਦੇ ਨੇ। ਇਸ ਕਰਕੇ ਸਾਨੂੰ ਮਾਨਵਤਾ ਦੀ ਸੇਵਾ ਤੇ ਪਹਿਰਾ ਦੇਣਾ ਚਾਹੀਦਾ, ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ, ਸੰਦੇਸ਼ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ। ਜੀ, ਔਰ ਮੈਂ ਜਿਹੜੇ ਦਰਸ਼ਕ ਸਾਡੇ ਲਾਈਵ ਦੇਖ ਰਹੇ ਨੇ ਉਹਨਾਂ ਨੂੰ ਮੈਂ ਇੱਕ ਗੱਲ ਸਾਂਝੀ ਕਰ ਦੇਵਾਂ ਕਿ ਇਹ ਜਿਹੜਾ ਸਾਡਾ ਗੱਲਬਾਤ ਹੋ ਰਹੀ ਹੈ ਲਾਈਵ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਹੋਣਾ ਨਾਲ, ਇਹ ਤੁਸੀਂ ਅੱਜ ਰਾਤ ਨੂੰ 9 ਵਜੇ ਇੱਕ ਬਾਣੀ ਚੈਨਲ ਦੇ ਉੱਤੇ ਦਾ ਟੈਲੀਕਾਸਟ ਵੇਖ ਸਕਦੇ ਹੋ। ਜੰਮੂ ਕਸ਼ਮੀਰ ਦੀਆਂ ਸਾਰੀਆਂ ਸੰਗਤਾਂ ਅੱਜ ਰਾਤ ਨੂੰ 9 ਵਜੇ ਇਹ ਪ੍ਰੋਗਰਾਮ ਦਾ ਟੈਲੀਕਾਸਟ ਜਿਹੜਾ ਹੋਏਗਾ ਇੱਕ ਬਾਣੀ ਚੈਨਲ ਦੇ ਉੱਤੇ 115 ਨੰਬਰ ਦੇ ਉੱਤੇ। ਔਰ ਵਿੱਚ ਮੈਨੂੰ ਪਤਾ ਹੈ ਕਿ ਸਮੇਂ ਦੀ ਤੁਹਾਡੇ ਕੋਲ ਬਹੁਤ ਜ਼ਿਆਦਾ ਸ਼ਾਰਟੇਜ ਹੈ, ਔਰ ਸੇਵਾਵਾਂ ਵਾਹਿਗੁਰੂ ਜੀ ਨੇ ਤੁਹਾਡੇ ਕੋਲੋਂ ਬਹੁਤ ਜ਼ਿਆਦਾ ਲੈਣੀਆਂ ਨੇ। ਔਰ ਤੁਸੀਂ ਜੰਮੂ ਕਸ਼ਮੀਰ ਦੀਆਂ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਤੁਹਾਡੇ ਰਾਹੀਂ ਕੋਈ ਸੁਨੇਹਾ? ਨਹੀਂ, ਬਸ ਇਹ ਜੀ, ਉਹਨਾਂ ਨੇ ਹਮੇਸ਼ਾ ਸਾਨੂੰ ਬੜਾ ਪਿਆਰ ਦਿੱਤਾ ਹੈ, ਸਤਿਕਾਰ ਦਿੱਤਾ ਹੈ। ਔਰ ਇਹ ਇੱਕ ਜੁਟਤਾ ਜਿਹੜੀ ਸਾਡੀ ਆ, ਭਾਵੇਂ ਜੰਮੂ ਕਸ਼ਮੀਰ ਹੋਵੇ ਤੇ ਭਾਵੇਂ ਕੰਨਿਆ ਕੁਮਾਰੀ ਹੋਵੇ, ਉੱਥੋਂ ਲੈ ਕੇ ਇੱਥੋਂ ਤੱਕ, ਇਸ ਮੁਲਕ ਦੇ ਹਰ ਕੋਨੇ ਤੱਕ ਆਪਾਂ ਮਿਲ ਜੁਲ ਕੇ ਆਪਣੀ ਲੜਾਈ ਨੂੰ ਲੜਿਆ, ਇਸੇ ਤਰ੍ਹਾਂ ਲੜਦੇ ਰਹੀਏ। ਕੌਮ ਦੀ ਇਕਜੁੱਟਤਾ ਬਰਕਰਾਰ ਰਹੇ, ਔਰ ਅਸੀਂ ਤੁਹਾਡੇ ਲਈ ਸੇਵਾ 'ਚ ਕਿਤੇ ਵੀ ਤੁਹਾਡੇ ਘਰ ਜਾ ਸਕੀਏ, ਸਾਡੀ ਖੁਸ਼ਕਿਸਮਤੀ ਹੋਊਗੀ। ਇੰਨੀ ਕੁ ਸਾਡੀ ਸੇਵਾ ਪ੍ਰਵਾਨ ਕਰਿਓ, ਇੰਨੀ ਕੁ ਸਾਡੀ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਇੱਕ ਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ।